वाहेगुरु जी का खालसा वाहेगुरु जी की फतेह। दसां पातशाहियां दी आत्मक जागदी जोत बाणी गुरु गुरु है बाणी विच बाणी अमृत सारे गुरबाणी कहे सेवक जन माना। परतख गुरु निस्तारे। श्री गुरु ग्रंथ साहिब जी महाराज जी की पावन पवित्र हजूरी अंदर जुड़ बैठी गुरु की साजी और नवाजी हुई गुरु खालसा साध संगत जीओ। जगत गुरु श्री गुरु तेग बहादुर साहिब जी महाराज जी के पावन पवित्र सचखंड दरबार विच अमृत वेले तो हाजरियां भर के आप जी अपने जीवन दियां घड़ियां ते सवास गुरु लेखे ला के सफला कर रहे। श्री आसा जी दी वार दे शब्द कीर्तन रागी सिंघां दी रसना तो आप जी ने सरवण कीते हैं। वडहंस राग चों चौथे पातशाह दे पावन उचारण किए हुए अमृत बचन हुक्मनामे दे रूप विच श्री मुखवाक दे रूप विच सानू सारियां नू प्राप्त हुए हैं। कुछ समय लई गुरबाणी नाल अपनी सुरत बिरत नू जोड़दियां सतगुरां दे शब्द नू रल मिल के विचारीए। चौथे गुरुदेव जगत गुरु श्री गुरु रामदास जी महाराज जी के पवित्र चरणों विच अपनियां हाजरियां लवाउंदियां समूह माई भाई आखो जी सतनाम श्री वाहेगुरु साहिब जी। सतनाम श्री वाहेगुरु साहिब जी। वडहंस महला चौथा घर दूजा एक ओंकार सतगुर प्रसाद। वडहंस राग है और चौथे पातशाह जगत गुरु श्री गुरु रामदास जी महाराज जी का उचारण किया होया पावन पवित्र श्री मुखवाक शब्द है। घर दूजे विच शब्द नू गायन करन दा हुक्म है। मंगलाचरण करते ने वाहिगुरु एक है अदुती है। ओंकार जो सारियां विच व्यापक और सर्व दा प्रकाशक है। त्रई काल सत है गुर चेतन है प्रसाद आनंद स्वरूप है। सदा सच्चिदानंद सर्वं परनासी जो सत चेतन आनंद है। ये जो एक है व्यापक है सत चेतन आनंद स्वरूप परमेश्वर है। किवें प्राप्त हुंदा है तां साहब कहंदे सतगुर प्रसाद सतगुरां दी किरपा नाल। सत दा उपदेश करन वाले गुरु की कृपा द्वारा तिस दी प्राप्ति हुंदी है। ये मंगलाचरण करके महाराज जी शब्द की प्रारंभता करते हैं। मैं मन वड्डी आस हरे क्यों कर हर दर्शन पावा। मेरे मन विच हे हरि जी बड़ी वड्डी आस है। वड्डे दे उत्ते वड्डी आस हुंदी है। परमात्मा वड्डा है ते वड्डे परमात्मा ते वड्डी आस ही करनी चाहिए है ना। उहदे कोलों छोटी जी आस करके तुच्छ जी आस करके ये तां फिर उहदी तौहीन होवेगी, ये तां उहदा निरादर होवेगा। वड्डे कोलों आस वड्डी हुंदी है, इस करके हरि वड्डा है ते हरि वड्डे कोलों मेरी आस भी वड्डी।
ਕੀ ਆਸ ਹੈ ਵੱਡੀ ਕਿ ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਣਗੇ। ਕਿਉਂ ਕਰ ਹਰ ਦਰਸ਼ਨ ਪਾਵਾ, ਮੈਂ ਐਸਾ ਕੀ ਕਰਾਂ ਕਿ ਮੈਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋ ਜਾਣ। ਹੁਣ ਇਹਦੇ ਤੋਂ ਵੱਡੀ ਆਸ ਕਿਹੜੀ, ਪ੍ਰਭੂ ਦੇ ਦਰਸ਼ਨਾਂ ਦਾ ਸਾਖਸ਼ਾਤਕਾਰ ਹੋਣਾ। ਉਹਦੀ ਆਸ ਰੱਖਣੀ ਆਪਣੇ ਹਿਰਦੇ ਵਿੱਚ। ਤੇ ਫਿਰ ਦੁਨੀਆ ਦੀਆਂ ਜਿੰਨੀਆਂ ਆਸਾਂ ਨੇ ਉਹ ਸਾਰੀਆਂ ਆਸਾਂ ਤੁੱਛ ਨੇ। ਜਦੋਂ ਹਰੀ ਦੇ ਦਰਸ਼ਨਾਂ ਦੀ ਆਸ ਰੱਖ ਲਈ ਤਾਂ ਉਹਦੇ ਦਰਸ਼ਨਾਂ ਵਿੱਚੋਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ, ਕੋਈ ਆਸ ਅਧੂਰੀ ਰਹਿੰਦੀ ਨਹੀਂ। ਹੇ ਪ੍ਰਭੂ ਤੂੰ ਵੱਡਾ ਹੈ ਤੇ ਵੱਡੇ ਹਰੀ ਜੀ, ਮੇਰੇ ਮਨ ਵਿੱਚ ਆਸ ਵੱਡੀ ਹੈ ਕਿ ਮੈਂ ਐਸਾ ਕੀ ਕਰਾਂ, ਕਿਵੇਂ ਮਿਲਾਂ ਤੈਨੂੰ, ਕਿਵੇਂ ਤੇਰੇ ਦਰਸ਼ਨ ਕਰਾਂ, ਮੈਨੂੰ ਕਿਵੇਂ ਤੇਰੇ ਦਰਸ਼ਨ ਪ੍ਰਾਪਤ ਹੋਣ। ਹਉ ਜਾਏ ਪੁੱਛਾ ਆਪਣੇ ਸਤਿਗੁਰ, ਗੁਰ ਪੁੱਛ ਮਨ ਮੁਗਧ ਸਮਝਾਵਾ। ਮੈਂ ਆਪਣੇ ਸਤਿਗੁਰਾਂ ਨੂੰ ਜਾ ਕੇ ਪੁੱਛਦਾ, ਸਤ ਉਪਦੇਸ਼ ਦੇਣ ਵਾਲੇ ਗੁਰੂ ਨੂੰ ਜਾ ਕੇ ਪੁੱਛਦਾ, ਔਰ ਗੁਰੂ ਨੂੰ ਪੁੱਛ ਕੇ ਮੈਂ ਆਪਣੇ ਮੁਗਧ ਮਨ ਨੂੰ, ਮੂਰਖ ਮਨ ਨੂੰ ਸਮਝਾਉਂਦਾ। ਗੁਰ ਪੁੱਛ ਮਨ ਮੁਗਧ ਸਮਝਾਵਾ, ਗੁਰੂ ਨੂੰ ਪੁੱਛ ਕੇ ਮੈਂ ਆਪਣੇ ਮਹਾਮੂਰਖ ਮਨ ਨੂੰ ਸਮਝਾਉਂਦਾ ਹਾਂ। ਭੂਲਾ ਮਨ ਸਮਝੈ ਗੁਰ ਸ਼ਬਦੇ, ਹਰ ਹਰ ਸਦਾ ਧਿਆਏ। ਇਹ ਭੁੱਲਾ ਹੋਇਆ ਮਨ ਉਦੋਂ ਸਮਝੇਗਾ ਜਦੋਂ ਗੁਰੂ ਕੇ ਸ਼ਬਦ ਦੇ ਨਾਲ ਜੁੜੇਗਾ। ਗੁਰੂ ਕੇ ਉਪਦੇਸ਼ ਦੁਆਰਾ ਇਸ ਭੁੱਲੇ ਹੋਏ ਮਨ ਨੂੰ ਸਮਝ ਆਉਣੀ। ਔਰ ਜਦੋਂ ਸਤਿਗੁਰਾਂ ਦੇ ਸ਼ਬਦ ਦੁਆਰਾ ਇਹ ਭੁੱਲਿਆ ਹੋਇਆ ਮਨ ਸਮਝੇਗਾ, ਫਿਰ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਸਦਾ ਲਈ ਧਿਆਵੇਗਾ। ਹਰ ਹਰ ਸਦਾ ਧਿਆਏ, ਫਿਰ ਹੀ ਹਰੀ ਨੂੰ ਸਦਾ ਲਈ ਧਿਆਵੇਗਾ। ਜਦੋਂ ਇਹ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝੇਗਾ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਣੀ ਚਿਤ ਲਾਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ, ਜਿਸ ਤੇ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਆਪਣੀ ਨਦਰ ਕਰਦਾ ਹੈ, ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਚਿੱਤ ਜੋੜਦਾ ਹੈ। ਜਿਸ ਤੇ ਉਹਦੀ ਨਜ਼ਰ ਹੋਵੇ, ਜਿਸ ਤੇ ਉਸ ਦੀ ਕਿਰਪਾ ਹੋਵੇ, ਉਸ ਦੀ ਕਿਰਪਾ ਨਾਲ ਉਹਦੇ ਸੇਵਕ ਉਹਦੇ ਨਾਲ ਆਪਣਾ ਚਿੱਤ ਜੋੜਦੇ ਹਨ। ਆਓ ਸਭ ਵੇਸ ਕਰੀ ਪਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾ। ਮੈਂ ਇਹ ਜਿੰਨੇ ਵੇਸ ਕੀਤੇ ਨੇ, ਜਿੰਨੇ ਕਰਮ ਕਾਂਡ ਕੀਤੇ ਨੇ, ਇਹ ਸਾਰੇ ਵੇਸ ਮੈਂ ਆਪਣੇ ਪਿਰਪਤੀ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਸੰਨਤਾ ਲਈ ਕੀਤੇ ਨੇ, ਕਿ ਉਹ ਪ੍ਰਸੰਨ ਹੋ ਜਾਏ, ਰੀਝ ਪਵੇ। ਪਰ ਮੇਰੇ ਕੀਤੇ ਹੋਏ ਸ਼ਿੰਗਾਰ, ਮੇਰੇ ਕੀਤੇ ਹੋਏ ਕਰਮਾਂ ਦੇ ਵੇਸ ਤਾਂ ਸਫਲ ਨੇ ਜੇ ਉਸ ਸੱਚੇ ਪ੍ਰਭੂ ਨੂੰ ਇਹ ਭਾ ਜਾਣ, ਜੇ ਉਹਨੂੰ ਚੰਗੇ ਲੱਗਣ ਤਾਂ ਹੀ ਪ੍ਰਮਾਣ ਨੇ ਨਾ। ਜੇ ਪਤੀ ਨੂੰ ਆਪਣੀ ਇਸਤਰੀ ਦਾ ਕੀਤਾ ਹੋਇਆ ਵੇਸ ਹੀ ਭਾਵੇ ਨਾ, ਤੇ ਫਿਰ ਉਸ ਇਸਤਰੀ ਦੇ ਕੀਤੇ ਵੇਸ ਦਾ ਕੀ ਮਾਇਨਾ ਹੈ। ਮੈਂ ਜਿੰਨੇ ਕਰਮ ਕੀਤੇ ਨੇ, ਜਿੰਨੇ ਕਰਮ ਕਾਂਡਾਂ ਦੇ ਵੇਸ ਬਣਾਏ ਨੇ, ਇਹ ਵੇਸ ਮੈਂ ਬਣਾਏ ਆਪਣੇ ਪ੍ਰਭੂ ਦੀ ਪ੍ਰਸੰਨਤਾ ਲਈ। ਇਹ ਹੁਣ ਤਾਂ ਸਫਲ ਨੇ ਜੇ ਉਸ ਪ੍ਰਭੂ ਨੂੰ, ਪਰਮੇਸ਼ਰ ਨੂੰ ਭਾ ਜਾਣ। ਸੋ ਪਿਰ ਪਿਆਰਾ ਮੈਂ ਨਦਰ ਨ ਦੇਖੈ, ਹਉ ਕਿਉ ਕਰ ਧੀਰਜ ਪਾਵਾ। ਕਹਿੰਦੇ ਮੇਰਾ ਉਹ ਪਿਆਰਾ ਪ੍ਰਭੂ, ਉਹ ਤਾਂ ਮੇਰੇ ਵੱਲ ਨਦਰ ਕਰਕੇ ਪਿਆਰ ਨਹੀਂ ਵੇਖਦਾ। ਜਿਹਦੇ ਲਈ ਵੇਸ ਬਣਾਏ, ਜਿਹਦੇ ਲਈ ਕਰਮ ਕੀਤੇ, ਉਹ ਵੇਖਦਾ ਹੀ ਨਹੀਂ ਮੇਰੇ ਵੱਲ,
ਤਾਂ ਫਿਰ ਮੈਨੂੰ ਧੀਰਜ ਕਿਵੇਂ ਪ੍ਰਾਪਤ ਹੋਵੇ, ਮੈਨੂੰ ਕਿਵੇਂ ਧੀਰਜ ਹਾਸਲ ਹੋਵੇ? ਜੋ ਮੇਰੇ ਵੱਲ ਤੱਕਦਾ ਤੱਕ ਨਹੀਂ, ਵੇਖਦਾ ਤੱਕ ਨਹੀਂ, ਤੇ ਫਿਰ ਮੇਰੇ ਹਿਰਦੇ ਨੂੰ, ਮੇਰੇ ਮਨ ਨੂੰ ਧੀਰਜ ਕਿਵੇਂ ਪ੍ਰਾਪਤ ਹੋਵੇ? ਇਸ ਕਾਰਨ ਹਉ ਸਿਗਾਰ ਸਿਗਾਰੇ, ਸੋ ਪਿਰ ਰਤਾ ਮੇਰਾ ਅਵਰਾ। ਜਿਸ ਕਾਰਨ, ਜਿਸ ਲਈ ਮੈਂ ਇਹ ਸਾਰੇ ਸ਼ਿੰਗਾਰ ਕੀਤੇ ਸਨ, ਉਹ ਫਿਰ ਪਤੀ ਪ੍ਰਮਾਤਮਾ ਮੈਨੂੰ ਛੱਡ ਕੇ ਕਿਸੇ ਹੋਰ ਵਿੱਚ ਰਤਿਆ ਹੋਇਆ, ਉਹ ਤਾਂ ਮੇਰੇ ਵੱਲ ਵੇਖਦਾ ਤੱਕ ਵੀ ਨਹੀਂ। ਜਿਸ ਲਈ ਮੈਂ ਸ਼ਿੰਗਾਰ ਬਣਾਏ ਸਨ, ਜਿਸ ਲਈ ਮੈਂ ਕਰਮ ਕਾਂਡ ਕੀਤੇ ਸਨ, ਉਹ ਮੇਰੇ ਵੱਲ ਵੇਖਦਾ ਤੱਕ ਵੀ ਨਹੀਂ। ਮੇਰਾ ਉਹ ਪਿਰ ਤਾਂ ਕਿਸੇ ਹੋਰ ਦੇ ਰੰਗ ਵਿੱਚ ਰਤਿਆ ਹੋਇਆ ਹੈ। ਨਾਨਕ ਧਨ 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 ਸੁਹਾਗਣ, ਜਿਨ ਪਿਰ ਰਾਵਿਆੜਾ ਸਚ ਸਵਰਾ। ਜਿਨ੍ਹਾਂ ਨਾਲ ਉਹ ਰਤਿਆ ਹੋਇਆ, ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਉਹ ਜੀਵ ਰੂਪੀ ਇਸਤਰੀਆਂ, ਉਹ ਸੁਹਾਗਣਾ ਮਨ ਕਰਕੇ ਵੀ ਧਨ ਨੇ, ਬਚਨ ਕਰਕੇ ਵੀ ਧਨ ਨੇ, ਤੇ ਕਰਮ ਕਰਕੇ ਵੀ ਧਨ ਨੇ। ਕਿਉਂਕਿ ਉਹਨਾਂ ਨੇ ਮੇਰੇ ਉਸ ਪਿਰ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਪ੍ਰਾਪਤ ਕੀਤਾ। ਸੱਚੇ ਸਾਹਿਬ ਨੇ ਉਹਨਾਂ ਨੂੰ ਆਪ ਆਪਣੇ ਹੱਥੀਂ ਸਵਾਰਿਆ ਹੈ। ਆਓ ਜਾਏ ਪੁੱਛਾ ਸੁਹਾਗ ਸੁਹਾਗਣ, ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ। ਮੈਂ ਉਹਨਾਂ ਸੁਹਾਗਣਾ ਨੂੰ ਜਾ ਕੇ ਪੁੱਛਾਂ ਜਿਹੜੀਆਂ ਉਸ ਵਾਹਿਗੁਰੂ ਨੂੰ ਮਿਲੀਆਂ ਹੋਈਆਂ ਨੇ ਕਿ ਹੇ ਰੱਬ ਦੇ ਪਿਆਰਿਓ, ਮਹਾਂਪੁਰਸ਼ੋ, ਗੁਰਸਿੱਖੋ, ਤੁਸੀਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੋਇਆ, ਸਾਨੂੰ ਵੀ ਦੱਸ ਦਿਓ ਕਿ ਤੁਸੀਂ ਉਸ ਪਿਰ ਪ੍ਰਭੂ ਅਕਾਲ ਪੁਰਖ ਨੂੰ ਕਿਵੇਂ ਪ੍ਰਾਪਤ ਕੀਤਾ, ਤੁਸੀਂ ਉਸ ਵਾਹਿਗੁਰੂ ਦੇ ਸਵਰੂਪ ਨੂੰ ਕਿਵੇਂ ਪ੍ਰਾਪਤ ਕੀਤਾ ਹੈ। ਮੈਂ ਉਪਰ ਨਦਰ ਕਰੀ ਪਿਰ ਸਾਚੈ, ਮੈਂ ਛੋੜਿਆੜਾ ਮੇਰਾ ਤੇਰਾ। ਫਿਰ ਉਹ ਮਹਾਂਪੁਰਸ਼ ਅੱਗੋਂ ਦੱਸਦੇ ਨੇ, ਉਹ ਕਹਿੰਦੇ ਅਸੀਂ ਆਪਣੇ ਹਿਰਦੇ ਵਿੱਚੋਂ ਮੇਰ ਤੇਰ ਦੀ ਬਿਰਤੀ ਨੂੰ ਛੱਡਿਆ। ਪਹਿਲਾਂ ਮੇਰ ਤੇਰ ਦੀ ਬਿਰਤੀ ਨੂੰ ਜਿਸ ਵੇਲੇ ਛੱਡਿਆ, ਤੇ ਫਿਰ ਸਾਡੇ ਤੇ ਇਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਨਦਰ ਕੀਤੀ, ਆਪਣੀ ਨਦਰ ਕਰਕੇ ਸਾਡੇ ਵੱਲ ਵੇਖਿਆ। ਸਭ ਮਾਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲਿਆ। ਮੈਂ ਆਪਣਾ ਸਭ ਮਾਨ ਤਨ ਜੀੜਾ ਆਪਣੇ ਹਰੀ ਪ੍ਰਭੂ ਦਾ ਕਰ ਦਿੱਤਾ। ਹੇ ਭੈਣੇ, ਜੇ ਤੂੰ ਆਪਣਾ ਮਨ ਤਨ ਧਨ ਆਪਣੇ ਪ੍ਰਭੂ ਦੇ ਚਰਨਾਂ 'ਚ ਸਮਰਪਣ ਕਰ ਦੇਵੇਂ, ਤਾਂ ਇਸ ਰਾਹ ਤੇ ਚੱਲ ਕੇ ਭੈਣੇ ਤੂੰ ਵੀ ਉਸ ਪਰਮੇਸ਼ਰ ਨੂੰ ਮਿਲ ਸਕਦੀ ਹੈ। ਕਿਉਂਕਿ ਅਸੀਂ ਆਪਣਾ ਮਨ ਤਨ ਜੀੜਾ ਉਸ ਪਰਮੇਸ਼ਰ ਦੇ ਚਰਨਾਂ 'ਚ ਅਰਪਣ ਕੀਤਾ। ਜੇ ਤੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਪਣਾ ਆਪ ਅਰਪਣ ਕਰ ਦੇਵੇਂ, ਤਾਂ ਇਸ ਰਸਤੇ ਤੇ ਚੱਲ ਕੇ ਭੈਣੇ ਤੂੰ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲ ਸਕਦੀ ਹੈ। ਆਪ ਨੜਾ ਪ੍ਰਭ ਨਦਰ ਕਰ ਦੇਖੈ, ਨਾਨਕ ਜੋਤ ਜੋਤੀ ਰਲਿਆ। ਆਪਣੜਾ ਪ੍ਰਭੂ ਫਿਰ ਨਦਰ ਕਰਕੇ ਵੇਖੇਗਾ, ਤਾਂ ਤੇਰੀ ਆਤਮਾ ਉਸ ਪਰਮ ਸਤ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਕੇ ਇਕਮਿਕ ਹੋਵੇਗੀ। ਤੇਰੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਵੇਗੀ। ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ, ਤਿਸ ਮਨ ਤਨ ਆਪਣਾ ਦੇਵਾ। ਜਿਹੜਾ ਮੈਨੂੰ ਮੇਰੇ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਘਰ ਦਾ ਸੁਨੇਹਾ ਦੇਵੇ, ਕਹਿੰਦੇ ਮੈਂ ਆਪਣਾ ਮਨ ਆਪਣਾ ਤਨ ਉਹਦੇ ਚਰਨਾਂ 'ਚ ਅਰਪਣ ਕਰ ਦਿਆਂ। ਮਨ ਤਨ ਆਪਣਾ ਦੇਵਾ, ਮੈਂ ਆਪਣਾ ਮਨ ਤਨ ਉਹਦੇ ਚਰਨਾਂ 'ਚ ਭੇਟ ਕਰ ਦਿਆਂ, ਆਪਣਾ ਮਨ ਤਨ ਉਹਦੇ ਚਰਨਾਂ 'ਚ ਅਰਪਣ ਕਰ ਦੇਵਾ। ਨਿਤ ਪੱਖਾ ਫੇਰੇ ਸੇਵ ਕਮਾਵਾ, ਤਿਸ ਆਗੇ ਪਾਣੀ ਢੋਵਾ। ਤੇ ਜਿਹੜੇ ਮੈਨੂੰ ਮੇਰੇ ਪ੍ਰਭੂ ਦਾ ਸੁਨੇਹਾ ਦੇਣ, ਉਹਨਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਕੋਲ ਜਾ ਕੇ ਮੈਂ ਉਹਨਾਂ ਨੂੰ ਪੱਖਾ ਝੱਲਾਂ, ਉਹਨਾਂ ਦੀ ਸੇਵਾ ਕਮਾਵਾਂ, ਉਹਨਾਂ ਦੇ ਦਰ ਘਰ ਦਾ ਪਾਣੀ ਢੋਵਾਂ।
ਯਾਨੀ ਕਿ ਉਹਨਾਂ ਦਾ ਮੁੱਲ ਖਰੀਦਿਆ ਨੌਕਰ ਬਣ ਜਾਵਾਂ, ਸੇਵਕ ਹੋ ਜਾਵਾਂ ਉਹਨਾਂ ਦਾ। ਹਾਂਜੀ। ਨਿਤ ਨਿਤ ਸੇਵ ਕਰੇ ਹਰ ਜਨ ਕੇ, ਜੋ ਹਰ ਹਰ ਕਥਾ ਸੁਣਾਏ। ਮੈਂ ਉਹਨਾਂ ਹਰੀ ਦੇ ਜਨਾਂ ਦੀ ਨਿਤ ਸੇਵਾ ਕਰਾਂ, ਨਿਤ, ਜਿਹੜੇ ਮੈਨੂੰ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਕਥਾ ਸੁਣਾਉਣ, ਨਿਰੰਕਾਰ ਦੇ ਘਰ ਦੀਆਂ ਬਾਤਾਂ ਸੁਣਾਉਣ। ਮੈਂ ਨਿਤ ਉਹਨਾਂ ਜਨਾਂ ਦੀ ਸੇਵਾ ਕਰਾਂ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ। ਮੇਰੇ ਗੁਰੂ ਪਾਤਸ਼ਾਹ ਧੰਨ ਹਨ ਮੇਰੇ ਸਤਿਗੁਰੂ ਪੂਰੇ ਜੀ, ਜਿਨ੍ਹਾਂ ਨੇ ਮੇਰੇ ਮਨ ਦੀਆਂ ਸਾਰੀਆਂ ਆਸਾਂ ਪੂਰਨ ਕਰ ਦਿੱਤੀਆਂ। ਮੇਰੇ ਐਸੇ ਸਤਿਗੁਰੂ ਜੀ ਧੰਨ ਨੇ, ਜਿਸ ਸਤਿਗੁਰੂ ਨੇ ਮੇਰੀਆਂ ਆਸਾਂ ਪੂਰਨ ਕੀਤੀਆਂ ਹਨ। ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ। ਏ ਵਾਹਿਗੁਰੂ, ਮੈਨੂੰ ਮੇਰੇ ਗੁਰੂ ਸੱਜਣ ਨਾਲ ਮੇਲ, ਕਿਉਂਕਿ ਜਦੋਂ ਮੈਂ ਆਪਣੇ ਗੁਰੂ ਸੱਜਣ ਨੂੰ ਮਿਲਾਂਗਾ ਤੇ ਗੁਰੂ ਸੱਜਣ ਨਾਲ ਮਿਲ ਕੇ ਹਰੀ ਦਾ ਨਾਮ ਧਿਆਵਾਂਗਾ। ਸਤਿਗੁਰਾਂ ਨਾਲ ਮਿਲ ਕੇ ਮੈਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹਾਂ। ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾਂ, ਕਰ ਸਾਂਝੇ ਹਰ ਗੁਣ ਗਾਵਾਂ। ਔਰ ਆਪਣੇ ਗੁਰੂ ਸਤਿਗੁਰੂ ਜੀ ਦੇ ਪਾਸੋਂ ਮੈਂ ਰੱਬ ਦੇ ਘਰ ਦੀ ਗੋਸ਼ਟ ਪੁੱਛਾਂ ਕਿ हे ਸਤਿਗੁਰੂ ਜੀ, ਮੈਨੂੰ ਨਿਰੰਕਾਰ ਦੇ ਘਰ ਦੀ ਬਾਤ ਦੱਸੋ। ਔਰ ਆਪਣੇ ਗੁਰੂ ਨਾਲ ਸਾਂਝ ਪਾ ਕੇ हे ਹਰੀ, ਮੈਂ ਤੇਰੇ ਗੁਣਾਂ ਨੂੰ ਗਾਇਨ ਕਰਾਂ। ਗੁਰੂ ਨਾਲ ਸਾਂਝ ਪਾ ਕੇ, ਸਿੱਖ ਦੀ ਗੁਰੂ ਨਾਲ ਕਿਵੇਂ ਸਾਂਝ ਪੈ ਸਕਦੀ ਹੈ? ਸਾਂਝ ਦਾ ਮਤਲਬ ਹੁੰਦਾ ਕਿਸੇ ਨੂੰ ਕੁਝ ਦੇ ਕੇ ਬਦਲੇ ਚ ਉਹਦੇ ਚੋਂ ਕੁਝ ਲੈਣਾ, ਇਹ ਸਾਂਝ ਬਣ ਗਈ। ਸਿੱਖ ਕੋਲ ਕੀ ਹੈ ਜਿਹੜਾ ਗੁਰੂ ਨੂੰ ਦੇ ਸਕਦਾ? ਇਹਦੇ ਕੋਲ ਨਾ ਇਹਦਾ ਤਨ ਹੈ, ਨਾ ਮਾਨ ਹੈ, ਨਾ ਧਨ ਹੈ। ਤੇਰੇ ਕੀ ਦੇਵੇ? ਸਿੱਖ ਦੇ ਕੋਲ ਕੇਵਲ ਤਾਂ ਕੇਵਲ ਇੱਕੋ ਇੱਕ ਗੁਣ ਹੈ, ਗੁਰੂ ਦੇ ਉੱਤੇ ਅਟੁੱਟ ਸ਼ਰਧਾ, ਵਿਸ਼ਵਾਸ, ਭਰੋਸਾ। ਕਹਿੰਦੇ ਸਿੱਖ ਗੁਰੂ ਦੇ ਚਰਨਾਂ 'ਚ ਆਪਣੀ ਸ਼ਰਧਾ ਦਾ ਗੁਣ ਭੇਟ ਕਰੇ ਤੇ ਬਦਲੇ ਵਿੱਚ ਗੁਰੂ ਕੋਲੋਂ ਬੇਅੰਤ ਗੁਣ ਪ੍ਰਾਪਤ ਹੋਣੇ ਨੇ ਤੇ ਗੁਰੂ ਨਾਲ ਸਾਂਝ ਪੈ ਜਾਣੀ। ਕਹਿੰਦੇ ਇਸ ਤਰ੍ਹਾਂ ਮੈਂ ਆਪਣੇ ਗੁਰੂ ਨਾਲ ਸਾਂਝ ਪਾ ਕੇ ਕਰ ਸਾਂਝੀ ਹਰ ਗੁਣ ਗਾਵਾਂ। ਮੈਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ। ਗੁਣ ਗਾਵਾ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਮੈਂ ਨਿਤ ਆਪਣੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਾਂ। ਮੇਰਾ ਇਹ ਮਨ ਜੀਵਦਾ ਹੀ ਤਾਂ ਹੈ ਜਦੋਂ ਮੈਂ ਆਪਣੇ ਸਾਹਿਬ ਦੇ ਅੰਮ੍ਰਿਤ ਨਾਮ ਨੂੰ ਸੁਣਦਾ ਹਾਂ। ਮਨ ਜੀਵੈ ਨਾਮ ਸੁਣ ਤੇਰਾ। ਮਹਾਰਾਜ, ਮੇਰਾ ਇਹ ਮਨ ਜੀਵਦਾ ਤੇਰਾ ਅੰਮ੍ਰਿਤ ਨਾਮ ਸੁਣ ਕੇ ਜੀਵਦਾ। ਔਰ ਮੈਂ ਨਿਤ ਨਿਤ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਸਤਿਗੁਰੂ ਜੀ ਫਰਮਾਉਂਦੇ ਆ ਕਿ ਜਿਸ ਵੇਲੇ ਮੇਰੇ ਹਿਰਦੇ ਵਿੱਚੋਂ ਮੇਰਾ ਸੁਆਮੀ ਵਿਸਰੇ, ਤਿਤ ਵੇਲੇ ਉਸੇ ਵੇਲੇ ਮੇਰਾ ਜੀੜਾ ਮਰ ਜਾਏ। ਮਾਰੀ ਜਾਂਦਾ ਉਹ ਜੀੜਾ ਜਿਹਦੇ ਚ ਪਰਮੇਸ਼ਰ ਦੀ ਯਾਦ ਨਾ ਹੋਵੇ, ਜਿਹਦੇ ਵਿੱਚ ਕੋਈ ਸ਼ੁਭ ਗੁਣ ਹੀ ਨਾ ਰਹੇ, ਉਹ ਤਾਂ ਮਰਿਆ ਹੀ ਹੋਇਆ ਨਾ। ਤੋ ਜਿਨ੍ਹਾਂ ਦੇ ਹਿਰਦਿਆਂ ਚੋਂ ਪਰਮੇਸ਼ਰ ਵਿਸਰ ਜਾਂਦਾ, ਮਹਾਰਾਜ ਜੀ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦੀ ਅਵਸਥਾ ਹੈ। ਉਹ ਕਹਿੰਦੇ ਤਿਤ ਵੇਲੇ ਉਸੇ ਵੇਲੇ ਹੀ ਮੇਰਾ ਇਹ ਜੀੜਾ ਮਰ ਜਾਵੇ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਹਰੀ ਨੂੰ ਵੇਖਣ ਲਈ ਤਾਂ ਸਾਰੀ ਦੁਨੀਆ ਲੋਚਦੀ ਹੈ, ਸਾਰਾ ਸੰਸਾਰ ਚਾਹੁੰਦਾ ਸਾਨੂੰ ਰੱਬ ਦਿਸ ਜਾਏ, ਪਰਮੇਸ਼ਰ ਦਿਸ ਜਾਏ। ਪਰ ਵੇਖਦਾ ਕੌਣ ਹੈ ਉਸ ਪਰਮੇਸ਼ਰ ਨੂੰ, ਜਿਸ ਨੂੰ ਪਰਮੇਸ਼ਰ ਆਪਣਾ ਆਪ ਵਿਖਾਲਦਾ ਹੈ।
ਜਿਸ ਨੂੰ ਦਰਸ਼ਨ ਦਿੰਦਾ ਉਸੇ ਨੂੰ ਉਹਦੇ ਦਰਸ਼ਨ ਹੁੰਦੇ ਆ। ਚਾਹੁੰਦੀ ਤਾਂ ਸਾਰੀ ਲੁਕਾਈ ਹੈ, ਸਾਰੀ ਦੁਨੀਆ ਚਾਹੁੰਦੀ ਹੈ ਰੱਬ ਨੂੰ ਵੇਖਣਾ ਸੀ, ਪਰ ਵੇਖੇਗਾ ਉਹ ਜਿਸ ਨੂੰ ਵਾਹਿਗੁਰੂ ਵਿਧਾਤਾ ਪਰਮੇਸ਼ਰ ਆਪ ਆਪਣਾ ਆਪ ਵਿਖਾਲ ਦੇਵੇ। ਜਿਸ ਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਹਰ ਸਦਾ ਸੰਭਾਲੇ। ਜਿਸ ਤੇ ਮੇਰਾ ਪਿਆਰਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣੀ ਨਦਰ ਕਰਦਾ ਹੈ, ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਅੱਠੇ ਪੈਰ ਨਿਰੰਤਰ ਇੱਕ ਰਸ ਸੰਭਾਲਦਾ ਹੈ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ, ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਕਹਿੰਦੇ ਜਿਨ੍ਹਾਂ ਨੂੰ ਮੇਰੇ ਪੂਰੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ, ਉਹ ਰਾਤ ਦੇ ਨੱਠੇ ਪੈਰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਆਪਣੇ ਸਵਾਸਾਂ ਦਾ ਆਧਾਰ ਬਣਾ ਕੇ ਉਸ ਨਾਮ ਨੂੰ ਸੰਭਾਲਦੇ ਨੇ। ਅੱਠੇ ਪੈਰ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹਨ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇਤੀ ਰਲਿਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ, ਹਰੀ ਦੇ ਜਨ ਹਰੀ ਨੂੰ ਆਰਾਧਦਿਆਂ ਹਰੀ ਵਿੱਚ ਮਿਲ ਕੇ ਇੱਕ ਰੂਪ ਹੀ ਹੋ ਗਏ, ਹਰੀ ਦਾ ਰੂਪ ਹੀ ਹੋ ਗਏ। ਹਰੀ ਦੇ ਜਾਪ ਨੂੰ ਜਪ ਕੇ ਉਹ ਹਰੀ ਵਿੱਚ ਹੀ ਰਲ ਗਏ, ਉਹਦੇ ਵਿੱਚ ਹੀ ਅਭੇਦ ਹੋ। ਹਰ ਜਪ ਹਰ ਸੇਤੀ ਰਲਿਆ। ਹਰੀ ਦੇ ਜਾਪ ਨੂੰ ਜਪਦਿਆਂ ਉਹ ਹਰੀ ਵਿੱਚ ਹੀ ਰਲ ਕੇ ਇੱਕ ਮਿਕ ਹੋ ਗਏ, ਅਭੇਦ ਹੋ ਗਏ।